जी जनाब राणा साहब सुनाओ। ठीक ठाक नहीं है जी, गर्मी बड़ी है। गर्मी दी सुनाओ। नज़ारे आ रहे हैं। गर्मी ने आज यार जी है ना चलो पूरी कर छड़ी। खैर भी अल्लाह दी नेमत है जी। कोई शक हाँ। नहीं, कोई शक नहीं। हर मौसम की सख्ती नरमी साडी भलाई वास्ते हाँ जी इस गल कोई शक नहीं। अच्छा जिथे तुसीं सैट ला दिता है ना माशाल्लाह, हाँ जी एड़ा शरीन दा दरख्त है ना। हाँ जी मियाँ जी, मैं बड़े दिनों तो देख रहा सी कि मैं शरी बड़े जंगलों ਦੇ ਵਿੱਚ ਦਰਿਆ ਤੇ ਹਰ ਜਗ੍ਹਾ ਤੇ ਲੋਕਾਂ ਫਸਲਾਂ ਵੀ ਲਾਈਆਂ ਨੇ, हाँ ਲੇਕਿਨ ਇਹ ਜਿਹੜੇ ਫੁੱਲ ਨੇ ਨਾ ਜੀ ਮੇਰੀ ਨਜ਼ਰ ਤੋਂ ਨਹੀਂ ਗੁਜ਼ਰੇ। एक को पियोन दा ਜਿਹੜਾ ਪ੍ਰਬੰਧ ਕਰ ਨਹੀਂ ਹੈਗੀ, ਇੱਕ ਉਹਦਾ ਕਮਾਲ ਹੈ। ਹਾਂ ਜਿਹੜਾ ਅਸਲ ਸ਼ਰੀਨ ਦਾ ਦਰਖਤ ਹੈ ਉਹਦੀ ਹੈਤ ਹੋਰ ਹੁੰਦੀ ਹੈ। ਉਹਦੀ ਹੈ ਥੋੜੀ। ਹਾਂ ਤੇ ਜਿਹੜੀ ਉਹਦੀ ਤਸਵੀਰ ਹੈ ਨਾ, ਜਾਂ ਜਿਹੜੇ ਉਹਦੇ ਮਤਲਬ ਹੈਗੇ ਨੇ, ਉਹ ਕੀ ਕਹਿਣਾ ਚਾਹੀਦਾ ਹੈ, ਉਹਦੇ ਅਸਰਾਤ ਇਹ ਵੀ ਉਹਦੇ ਚ ਹੈਗੇ ਨੇ ਜੋ ਅਸਲ ਸ਼ਰੀਨ ਹੈ। ਹਾਂਜੀ। ਉਹ ਇਹਦੇ ਚ ਨਹੀਂ ਹੈਗੇ। ਇਹ ਬਰੈਲਰ ਹੈ। ਇਹ ਬ੍ਰਾਈਡਰ ਕਹਿ ਸਕਦੇ ਹੋ। ਇਹ ਜਲਦੀ ਤਿਆਰ ਜ਼ਰੂਰ ਹੋ ਜਾਂਦਾ ਹੈ ਅੱਛਾ ਜੀ। ਤੇ ਇਹਦੇ ਪ੍ਰੋਟੀਨ ਬੜੀ ਹੁੰਦੀ ਹੈ। ਇਹ ਸ਼ਰੀਨ ਦੇ ਦਰਖਤ ਦੇ ਹਵਾਲੇ ਨਾਲ ਇੱਕ ਵਾਕਿਆ ਯਾਦ ਆਉਂਦਾ ਹੈ ਆਹਾ ਕਿ ਅੱਲਾ ਦੇ ਪਿਆਰੇ ਨਬੀ ਸੈਯਦਨਾ ਜ਼ਕਰੀਆ अलैहिस्सलाम ਜੀ बैतुल मुक़द्दस ਦੇ मुतवल्ली सन, ਜੀ ਜਿੱਥੇ ਅੱਜ ਕੱਲ੍ਹ ਹਾਲਾਤ ਖਰਾਬ ਨੇ। ਜੀ ਬਿਲकुल ਕਿਬਲਾ ਅਵਲ ਤੇ ਅੱਲਾ ਪਾਕ ਦਾ ਦਿੱਤਾ ਹੋਇਆ ਦੀਨ ਦਾ ਪੈਗਾਮ ਸੀ, ਜਿਹੜਾ ਉਹਦੀ ਤਬਲੀਗ ਅਸ਼ਾਤ ਉਹ ਕਰਦੇ ਰਹਿੰਦੇ ਸਨ। ਤੇ ਜਿਹੜੇ ਉਹਨਾਂ ਦਾ ਮੁਖਾਲਫ ਗਰੋਹ ਸੀ ਕੁਫਾਰ ਦਾ, ਉਹ ਇੱਕ ਦਫਾ ਇੰਨਾ ਕੁ ਮੁਤਹਰਕ ਹੋ ਗਿਆ ਕਿ ਉਹਨਾਂ ਨੇ ਉਹਨੂੰ ਕਤਲ ਕਰਨ ਦਾ ਇਰਾਦਾ ਬਣਾ ਲਿਆ ਕਿ ਇਹਨਾਂ ਨੂੰ ਕਤਲ ਕਰਕੇ ਛੱਡਣਾ ਸੀ। ਉਹਨਾਂ ਦਾ ਕੁਫਰ ਇਸ ਰੂਜ ਤੱਕ ਚਲਾ ਗਿਆ। ਉਹਨਾਂ ਨੇ ਆਪਣਾ ਮੌਕਾ ਬਣਾ ਕੇ ਆਪਣੀ ਜੋ ਵੀ ਉਹਨਾਂ ਨੇ ਪਲਾਨ ਕੀਤੀ ਸੀ, ਇੱਕ ਦਿਨ ਸੈਯਦਨਾ ਜ਼ਕਰੀਆ अलैहिस्सलाम ਦੇ ਪਿੱਛੇ ਲੱਗੇ। ਫਿਰ ਉਹ ਜ਼ਾਹਿਰੀ ਤੌਰ ਤੇ ਜਾਨ ਬਚਾਣੀ ਫਰਜ਼ ਹੈ, ਉਹਨੂੰ ਮਲੂਜ਼ ਰੱਖਦੇ ਹੋਏ ਉਹਨਾਂ ਨੇ ਥੋੜਾ ਜਿਹਾ ਉਹਨਾਂ ਤੋਂ ਜਾਣੀ ਕਿ ਨਸਲ ਦੀ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਅੱਛਾ ਜ਼ਾਹਿਰੀ ਤੌਰ ਤੇ ਉਹ ਕਾਫੀ ਸਾਰੇ ਸਨ, ਉਹਨਾਂ ਕੋਲ ਤਲਵਾਰਾਂ ਸਨ, ਤੀਰ ਨੇ, ਜੋ ਵੀ ਉਸ ਦੌਰ ਦਾ ਸਮਾਨ ਹੁੰਦਾ ਸੀ ਅਜ਼ੀਅਤ ਦਾ। ਉਹ ਪਿੱਛੇ ਚੜ ਗਿਆ, ਜਿਸ ਵੇਲੇ ਉਹਨੂੰ ਮੇਰੇ ਪਿੱਛੇ ਬਿਲਕੁਲ ਲੱਗ ਗਿਆ ਨਾਲ ਹੋਣ ਤੇ ਉਹਨੇ ਨਾਲ ਜਨਾਬ ਜ਼ਾਹਿਰ ਹੈ ਕੋਈ ਮੈਨੂੰ ਅਜ਼ੀਅਤ ਪਹੁੰਚਾਣੀ ਜੇ ਸਾਥੀ ਕੋਈ ਜਾਣਗੇ ਜੀ। ਅੱਗੇ ਸਾਹਮਣੇ ਸ਼ਰੀਨ ਦਾ ਦਰਖਤ ਆਉਂਦਾ ਹੈ। ਸ਼ਰੀਨ ਦਾ ਦਰਖਤ ਆਉਂਦਾ, ਉਹ ਅਸਲ ਦਰਖਤ ਹੁੰਦਾ ਹੈ, ਆਪਣੇ ਪੂਰੇ ਕੱਦ ਕਾਠ ਨਾਲ ਖੜਾ ਹੁੰਦਾ ਹੈ। ਤੇ ਉਸ ਜਲਦੀ ਦੇ ਵਿੱਚ ਉਹ ਜ਼ਾਹਿਰੀ ਦੁਨਿਆਵੀ ਦੇ ਖੌਫ ਦੀ ਵਜ੍ਹਾ ਤੋਂ ਜੋ ਲਾਹਿਕ ਹੋਇਆ ਪਿਆ ਸੀ, ਕੁਫਾਰ ਪਿੱਛੇ ਸਨ, ਜਾਨ ਬਚਾਉਣ ਦੀ ਖਾਤਰ ਉਹਨਾਂ ਨੇ ਫੌਰਨ ਉਹਨਾਂ ਦੇ ਮੂੰਹ ਇਹ ਨਿਕਲਿਆ ਕਿ ਸ਼ਰੀਨ ਦੇ ਦਰਖਤ ਨੂੰ ਪੁਕਾਰ ਕੇ ਕਿਹਾ ਕਿ ਤੂੰ ਮੈਨੂੰ ਪਨਾਹ ਦੇ, ਤੂੰ ਮੈਨੂੰ ਪਨਾਹ ਦੇ। ਇੰਨਾ ਕਹਿਣਾ ਸੀ। ਉਹ ਦਰਖਤ ਇਸ ਤਰ੍ਹਾਂ ਦੋ ਹੈ, ਇਸ ਤਰ੍ਹਾਂ ਉੱਤੋਂ ਉਹਦੇ ਵਿੱਚ ਜਗ੍ਹਾ ਬਣੀ ਹੋਈ ਸੀ। ਅੱਛਾ ਇਸ ਤਰ੍ਹਾਂ ਦਰਖਤ ਦੋ ਹੁੰਦਾ, ਇਸ ਤਰ੍ਹਾਂ ਬਕਾਇਦਾ ਉਹਦੇ ਵਿੱਚ ਖੜੇ ਹੋ ਜਾਂਦੇ ਨੇ, ਦਰਖਤ ਇਸ ਤਰ੍ਹਾਂ ਮਿਲ ਜਾਂਦਾ, ਵਾਪਸ ਮਿਲ ਜਾਂਦਾ ਹੈ, ਬਿਲਕੁਲ ਦਾ ਨਿਸ਼ਾਨ ਵੀ ਨਹੀਂ ਰਹਿੰਦਾ ਹੈਗਾ। ਸੁਭਾਨ ਅੱਲਾਹ। ਹੁਣ ਅਸੀਂ ਨੂੰ ਕੁਫਾਰ ਦੇਖਦੇ ਪਏ ਨੇ, ਲੇਕਿਨ ਉਹਨਾਂ ਦਾ ਕੁਫਰ ਜਿਹੜਾ ਸੀ ਉਹ ਰੂਜ ਤੇ ਪਹੁੰਚਿਆ ਹੋਇਆ ਸੀ। ਅਗਰ ਉਹਨਾਂ ਦੀ ਖੈਰ ਉਹਨਾਂ ਦੇ ਨਸੀਬ ਵਿੱਚ ਹੁੰਦੀ ਤੇ ਇਹਨਾਂ ਵੱਡਾ ਮੌਜਜ਼ਾ ਵੇਖ ਕੇ ਵੀ ਤੋਂ ਪਿਛਾੜ ਸਕਦੇ ਸਨ ਨਾ, ਲੇਕਿਨ ਕਿਉਂਕਿ ਅਜ਼ਲੀ ਬਦਬਖਤੀ ਉਹਨਾਂ ਦੀ ਲਿਖੀ ਜਾ ਚੁੱਕੀ ਸੀ, ਮੋਹਰ ਲੱਗ ਚੁੱਕੀ ਸੀ ਦਿਲਾਂ ਤੇ, ਸਿਆਹ ਦਿਲ ਉਹਨਾਂ ਦੇ ਹੋ ਚੁੱਕੇ ਸਨ। ਉਹਨਾਂ ਨੇ ਵਕਤੀ ਤੌਰ ਤੇ ਦੇਖ ਲਿਆ ਕਿ ਉਹਨਾਂ ਦਰਖਤ ਨੇ ਛੁਪਾ ਲਿਆ ਉਹਨਾਂ ਨੂੰ। ਉਹਨਾਂ ਨੇ ਫਿਰ ਜਿਹਨੂੰ ਅਸੀਂ ਉਹ ਆਰਾ ਕਹਿੰਦੇ ਆ, ਕੋਈ ਕਿਸੇ ਇਲਾਕੇ ਜਿਹਨੂੰ ਕੁਲਵੱਥਰ ਵੀ ਕਹਿੰਦੇ ਨੇ, ਵੱਡਾ ਸਾਰਾ ਆਰਾ ਮੰਗਾਇਆ। ਉਹਨਾਂ ਨੇ ਸ਼ਰੀਨ ਦੇ ਦਰਖਤ ਨੂੰ ਉੱਤੋਂ ਜਿੱਥੋਂ ਹੱਥ ਪੈਂਦਾ ਸੀ ਉਹਨਾਂ ਉੱਥੋਂ ਨੂੰ ਕੱਟਣਾ ਸ਼ੁਰੂ ਕੀਤਾ। ਜਿਸ ਲਈ ਉਹ ਆਰਾ ਸੈਯਦਨਾ ਜ਼ਕਰੀਆ अलैहिस्सलाम ਦੇ ਸਿਰ ਤੇ ਆਇਆ ਨਾ, ਜਿਸ ਲਈ ਆਰਾ ਇੱਥੇ ਚੱਲਣ ਲੱਗਾ, ਤਾਂ ਉਸ ਟਾਈਮ ਉਹਨਾਂ ਨੇ ਨਾ ਪਾਕ ਪਰਵਰਦਗਾਰ ਨੂੰ ਪੁਕਾਰਿਆ ਕਿ ਮੇਰੇ ਮਾਲਕ ਮੈਨੂੰ ਮੇਰੀ ਹਿਫਾਜ਼ਤ ਫਰਮਾ। ਅੱਲਾਹ ਜ਼ਾਤ ਪਾਕ ਨੇ ਇੱਥੇ ਨਾਰਾਜ਼ਗੀ ਦਾ ਇਜ਼ਹਾਰ ਫਰਮਾਇਆ ਕਿ ਇਹ ਜ਼ਕਰੀਆ ਤੂੰ ਪਹਿਲੇ ਦਰਖਤ ਕੋਲ ਪਨਾਹ ਲਈ, ਮੇਰੇ ਕੋਲ ਕਿਉਂ ਨਹੀਂ ਲੈ ਲਈ? ਅੱਲਾਹੁ ਅਕਬਰ। ਤੂੰ ਮੇਰੇ ਕੋਲ ਪਨਾਹ ਲੈਂਦਾ ਨਾ ਯਾਰ, ਅਗਲੀ ਮੈਂ ਤੈਨੂੰ ਨਾ ਪਨਾਹ ਦਿੰਦਾ, ਫਿਰ ਤੂੰ ਤਲਬ ਕਰ ਲਿਆ। ਹੁਣ ਕਿਉਂਕਿ ਦਰਖਤ ਕੋਲ ਤੂੰ ਪਨਾਹ ਲਈ ਹੋਈ ਹੈ ਜੀ, ਤੇ ਹੁਣ ਤੇਰੇ ਨਾਲ ਜੋ ਹੋਣ ਲੱਗਾ ਜਾਂ ਹੋ ਰਿਹਾ ਨਾ, ਹੁਣ ਜੇ ਤੇਰੀ ਜ਼ੁਬਾਨ ਚੋਂ ਸੀ ਵੀ ਨਿਕਲੀ ਨਾ, ਹੁਣ ਇਸ ਤਕਲੀਫ ਨੂੰ, ਇਸ ਦਰਦ ਨੂੰ, ਇਸ ਜ਼ੁਲਮ ਨੂੰ ਇਸ ਤਰ੍ਹਾਂ ਸਹਿਣਾ ਹੈ ਕਿ ਤੇਰੀ ਜ਼ੁਬਾਨ ਦੇ ਵਿੱਚੋਂ ਇੱਕ ਸੀ ਦਾ ਲਫ਼ਜ਼ ਵੀ ਨਾ ਲਿਖਣ ਜੋ ਤਕਲੀਫ ਮਹਿਸੂਸ ਹੁੰਦੇ ਨਿਕਲਦਾ ਹੈ। ਇੱਥੇ ਅੱਲਾਹ ਜ਼ਾਤ ਪਾਕ ਨੇ ਬੜਾ ਵਾਜ਼ਿਹ ਫਰਮਾਇਆ ਕਿ ਅਗਰ ਇਹ ਜ਼ਕਰੀਆ ਤੇਰੀ ਜ਼ੁਬਾਨ ਦੀ ਜੋ ਸੀ ਵੀ ਨਿਕਲੀ ਨਾ, ਤੂੰ ਜ਼ਰੀ ਜਿੰਨੀ ਤਕਲੀਫ ਮਹਿਸੂਸ ਕੀਤੀ, ਮੈਂ ਤੇਰਾ ਨਾਮ ਨਬੂਵਤ ਜੋ ਕੱਟ ਦਿਆਂਗਾ। ਇੱਥੇ ਹੁਣ ਸਬਰ ਦਾ ਮਕਾਮ ਆ ਗਿਆ ਹੈ। ਤੂੰ ਦਰਖਤ ਕੋਲ ਪਨਾਹ ਮੰਗੀ ਸੀ, ਉਹਨੇ ਵੀ ਮੇਰੀ ਇਜ਼ਨ ਨਾਲ ਹੀ ਦਿੱਤੀ ਹੈ, ਉਹਦੀ ਆਪਣੀ ਔਕਾਤ ਤੇ ਹੈ ਹੀ ਕੋਈ ਨਹੀਂ, ਉਹਨੇ ਮੇਰੀ ਇਜ਼ਨ ਨਾਲ ਦਿੱਤੀ, ਕਿਉਂਕਿ ਹੁਣ ਜੋ ਤੂੰ ਮੰਗਿਆ ਉਹ ਤੈਨੂੰ ਮਿਲ ਗਿਆ। ਹੁਣ ਉਹਦਾ ਹੀ ਜੋ ਹੈਗਾ ਮਾਮਲਾ ਉਹਦੇ ਮੁਤਾਬਿਕ ਹੀ ਚੱਲੇਗਾ। ਫਿਰ ਜ਼ਕਰੀਆ अलैहिस्सलाम ਨੂੰ ਬੇਦਰਦੀ ਦੇ ਨਾਲ ਸ਼ਹੀਦ ਕੀਤਾ, ਸ਼ਹੀਦ ਕਰ ਦਿੱਤਾ। ਅੱਛਾ, ਜਿੰਨਾ ਕੋਈ ਸਭ ਤੋਂ ਨਜ਼ਦੀਕ ਅੱਲਾਹ ਦੀ ਜ਼ਾਤ ਪਾਕ ਦੇ ਨਜ਼ਦੀਕ ਕੌਣ ਨੇ? ਅੰਬੀਆ ਇਕਰਾਮ ਨੇ। ਉਸ ਤੋਂ ਬਾਅਦ ਸਿੱਦੀਕੀਨ, ਸਾਲਿਹੀਨ ਆਉਂਦੇ ਨੇ। ਜਿੰਨਾ ਕੋਈ ਨਜ਼ਦੀਕ ਹੁੰਦਾ ਨਾ ਉਹ ਜ਼ਾਤ ਕਰੀਮ ਦੇ, ਉਹਦੇ ਤੇ ਉਨੀ ਵੱਡੀ ਅਜ਼ਮਾਇਸ਼ ਆਉਂਦੀ ਹੈ। ਉਸ ਬੰਦੇ ਤੇ ਉਨੀ ਹੀ ਵੱਡੀ ਅਜ਼ਮਾਇਸ਼ ਆਉਂਦੀ ਹੈ। ਤੇ ਅਸੀਂ ਤਾਂ ਛੋਟੀਆਂ ਛੋਟੀਆਂ ਅਜ਼ਮਾਇਸ਼ਾਂ ਤੇ ਗਰਮੀ ਜਿਹੜੀ ਹੈ ਸਾਡੇ ਵਾਸਤੇ ਜਿੰਨੀਆਂ ਅਜ਼ਮਾਇਸ਼ਾਂ ਅੰਬੀਆ ਇਕਰਾਮ ਤੇ ਆਈਆਂ ਨਾ,
ਕੋਈ ਸ਼ੱਕ ਉਹ ਕਿਸੇ ਉਮਤੀ ਤੇ ਨਹੀਂ ਆਈਆਂ ਹੈਗੀਆਂ, ਨਾ ਆ ਸਕਦੀਆਂ, ਨਾ ਉਹ ਬਰਦਾਸ਼ਤ ਕਰ ਹੀ ਸਕਦੇ ਨੇ। ਇਹ ਜੇ ਸ਼ਰੀਰ ਦੇ ਵਾਲੇ ਨਾਲ ਵਾਹ ਜੀ ਵਾਹ ਮੀਆਂ ਜੀ, ਆਪਣਾ ਸਬਕ ਜਿਹੜਾ ਹੈ ਉਹ ਤੇ ਹੈ ਨਾ ਜੀ ਕਿ ਅੱਲਾਹ ਤੋਂ ਮਦਦ ਮੰਗਣੀ ਹੈ। ਹਾਂਜੀ, ਹਰ ਗੱਲ ਜਿਹੜੀ ਹੈ ਉਹ ਅੱਲਾਹ ਦੇ ਅੱਲਾਹ ਦੇ महबूब ਦਾ फरमान है कि तेरे घर च नमक खत्म हो गया ना, वो भी मेरे को मंगना ही। अल्लाह के महबूब ने फरमाया कि तेरे घर नमक खत्म हो गया ना, वो भी उस जात को मंग। हाँ, मेरा वसीला दे लिया, मेरे पाक परवर मंग ओदे कोलों। ऐ मेरे पाक परवरदिगार, मेरे सोने नबी दा सदका, ओदी तुफैल मैनू अता फरमा दे, मेरे गौसे पाक दी तुफैल फरमा दे, मेरे मुजद्दिद पाक दी तुफैल, मेरे दाता साहब दी तुफैल, वास्ता जिदा मर्जी दे ले, लेकिन मंग रब को, कोई कोई जात देने वाली, अता करने वाली। नहीं जी, इंशाल्लाह मियां साहब जैसे ही दोबारा काबू आए अगले वाक़े के लिए इंशाल्लाह फिर मुलाकात। बहुत शुक्रिया।